Good morning, students. Here are the answers to November past test. Part 1 Literature. Choose the correct answer. First question. According to Hassan, hard workers were dash. Fill in the blank. So options are shirkers, nerds, backbenchers, artists. तो correct answer is nerds. ਕਿਉਂਕਿ ਹਸਨ ਹਮੇਸ਼ਾ ਹੀ ਕਹਿੰਦਾ ਸੀ ਕਿ ਹਾਰਡ ਵਰਕਰਸ ਵਰ ਨਰਡਸ ਬੋਰਿੰਗ ਹੁੰਦੇ ਹੈ ਜਿਹੜੇ ਮਿਹਨਤ ਕਰਦੇ। ਨੈਕਸਟ ਕੁਐਸਚਨ ਸੈਕਿੰਡ ਜਿਹੜਾ ਹੈ ਹੂ ਪ੍ਰੋਪੇਗੇਟਡ ਦਾ ਆਰਟ ਆਫ ਲਿਟਰਲ ਥਿੰਕਿੰਗ। ਲਿਟਰਲ ਥਿੰਕਿੰਗ ਦੀ ਜਿਹੜੀ ਕਲਾ ਸੀ ਉਹਦਾ ਪ੍ਰਚਾਰ ਕਿਸ ਨੇ ਕੀਤਾ? ਜੇਮਸ ਸ਼ਰਲੇ, ਈਵੀ ਲੂਕਾਸ, ਫਰਾਂਸਿਸ ਬੇਕਨ, ਐਡਵਰਡ ਡੀ ਬੋਨੋ। ਤਾਂ ਲੈਸਨ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਵੀ ਇਹਦਾ ਜਿਹੜਾ ਆਨਸਰ ਹੈ ਐਡਵਰਡ ਡੀ ਬੋਨੋ। ਇਹਨੇ ਪ੍ਰੋਪਾਗੇਟਡ ਇਸ ਦੁਆਰਾ ਹੋਇਆ ਸੀ ਆਰਟ ਆਫ ਲਿਟਰਲ ਥਿੰਕਿੰਗ। ਥਰਡ ਕੁਐਸਚਨ ਵੀ ਸ਼ੁੱਡ ਆਲਵੇਜ਼ ਐਕਨੋਲੇਜ ਅ ਕਰੈਕਟ ਆਂਸਰ ਇਜ਼ ਸਰਵਿਸ। ਹੂ ਵਾਸ ਪ੍ਰੋਹਰ? ਪ੍ਰੋਹਰ ਕੌਣ ਸੀ? ਜਨਰਲਸ ਕੁਕ, ਅ ਸਟੂਡੈਂਟ, ਅ ਪੁਲਿਸਮੈਨ, ਅ ਵਾਸ਼ਰਮੈਨ। ਸੋ ਪ੍ਰੋਹਰ ਜਨਰਲਸ ਕੁਕ, ਜਨਰਲ ਦਾ ਰਸੋਈਆ ਸੀ। ਫਿਫਥ ਕੁਐਸਚਨ ਵਟ ਡਿਡ ਹਰਾਈਕਨ ਡਿਸਪਲੇ ਟੂ ਦਾ ਕਰਾਊਡ? ਹਰਾਈਕਨ ਕੀ ਸ਼ੋਅ ਕਰ ਰਿਹਾ ਸੀ ਕਰਾਊਡ ਨੂੰ? ਹਿਸ ਸਵੋਰਡ, ਹਿਸ ਬਲੀਡਿੰਗ ਫਿੰਗਰ, ਹਿਸ ਟਰੋਫੀ, ਹਿਸ ਬ੍ਰੋਕਨ ਆਰਮ। ਸੋ ਹੀ ਵਾਜ਼ ਡਿਸਪਲੇਇੰਗ ਹਿਸ ਬਲੀਡਿੰਗ ਫਿੰਗਰ, ਆਪਣੀ ਉਂਗਲ ਦਿਖਾ ਰਿਹਾ ਸੀ ਜਿਹਦੇ 'ਚੋਂ ਖੂਨ ਆ ਰਿਹਾ ਸੀ। ਨੈਕਸਟ ਕੁਐਸਚਨ ਜਿਹੜਾ ਕਿ ਸਿਕਸਥ ਕੁਐਸਚਨ ਹੈ ਤੁਹਾਡਾ ਪੋਲੀਜ਼ ਫੇਸ ਵਾਜ਼ ਅਫੈਕਟਡ ਵਿਦ। ਭੋਲੀ ਦਾ ਫੇਸ ਕਿਹਦੇ ਨਾਲ ਅਫੈਕਟਡ ਸੀ? ਕੀ ਸੀ ਉਹਦੇ ਫੇਸ ਦੇ ਉੱਤੇ? ਇਹ ਜਾਂ ਬਰਨ ਸੀ, ਮੀਜ਼ਲ ਸੀ, ਰਿੰਕਲ ਸੀ, ਪੌਕ ਮਾਰਕ ਸੀ। ਸੋ ਉਹਦੇ ਫੇਸ ਦੇ ਉੱਪਰ ਪੌਕ ਮਾਰਕਸ ਚੇਚਕ ਦੇ ਨਿਸ਼ਾਨ ਸੀ। ਸੋ ਪੌਕ ਮਾਰਕਸ ਇਜ਼ ਦਾ ਰਾਈਟ ਆਂਸਰ। ਸੈਵਨਥ ਕੁਐਸਚਨ ਤੁਹਾਡਾ ਵਾਟ ਇਜ਼ ਦਾ ਮੈਸੇਜ ਆਫ ਦਾ ਪੋਇਮ ਪ੍ਰੇਅਰ ਆਫ ਦਾ ਵੁਡਸ? ਪ੍ਰੇਅਰ ਆਫ ਵੁਡਸ ਜਿਹੜੀ ਤੁਹਾਡੀ ਪੋਇਮ ਹੈ ਉਹਦਾ ਮੈਸੇਜ, ਉਹਦਾ ਸੰਦੇਸ਼ ਕੀ ਹੈ? ਕੀ ਉਹਦਾ ਮੋਰਲ ਹੈ? ਵੀ ਸ਼ੁੱਡ ਹਾਰਮ ਟਰੀਜ਼, we should not harm trees, we should harm animals, we should not harm animals. So ਵੁਡਸ 'ਤੇ ਇਹ ਪੋਇਮ ਬਣੀ ਹੋਈ ਹੈ we should not harm trees, ਸਾਨੂੰ ਟਰੀਜ਼ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ, ਇਹ ਇਹਦਾ ਮੈਸੇਜ ਹੈ। ਏਟਥ ਕੁਐਸਚਨ what do the words ice block cold eyes means in the poem once upon a time? ਜਿਹੜੀ ਪੋਇਮ ਹੈਗੀ ਹੈ once upon a time, ਇਹਦੇ ਵਿੱਚ ਜਿਹੜੇ ਵਰਡਸ ਆਉਂਦੇ ਹੈ ice block cold eyes, ਆਈਸ ਬਲੋਕ ਕੋਲਡ ਆਈਸ, ਇਹਦਾ ਕੀ ਮਤਲਬ ਹੈ? ਆਈਜ਼ ਵਿਦਾਊਟ ਐਨੀ ਫੀਲਿੰਗ, ਲਵਿੰਗ ਆਈਜ਼, ਫੀਅਰਫੁਲ ਆਈਜ਼, ਡਰੀਮੀ ਆਈਜ਼। ਸੋ ਇਹਦਾ ਜਿਹੜਾ ਕਰੈਕਟ ਆਨਸਰ ਹੈ ਉਹ ਹੈ ਆਈਜ਼ ਵਿਦਾਊਟ ਐਨੀ ਫੀਲਿੰਗ। ਜਦੋਂ ਅੱਖਾਂ ਦੇ ਵਿੱਚ ਕਹਿੰਦੇ ਕੋਈ ਭਾਵਨਾ ਨਾ ਹੋਵੇ ਤਾਂ ਉਹ ਕੀ ਹੋ ਜਾਂਦੀ ਹੈ? ਆਈਸ ਬਲੋਕ ਕੋਲਡ, ਕੋਲਡ ਜਿਹਦੇ ਵਿੱਚ ਜਾਨ ਨਾ ਹੋਵੇ। ਸੋ ਵਿਦਾਊਟ ਫੀਲਿੰਗ ਜਿਹੜੀਆਂ ਆਈਜ਼ ਹੁੰਦੀਆਂ ਉਹ ਹਮੇਸ਼ਾ ਆਈਸ ਬਲੋਕ ਕੋਲਡ ਆਈਜ਼ ਇਹਨੂੰ ਪੋਇਟ ਨੇ ਕਿਹਾ। ਇਹੀ ਇਹਦਾ ਮਤਲਬ ਹੈ ਵਨਸ ਅਪਨ ਅ ਟਾਈਮ ਪੋਇਮ ਦੇ ਵਿੱਚ। ਪਾਰਟ ਸੈਕਿੰਡ ਆ ਗਿਆ ਬੇਟੇ ਕੰਪਰੀਹੈਂਸ਼ਨ। ਰੀਡ ਦਾ ਫੋਲੋਇੰਗ ਪੈਸੇਜ ਐਂਡ ਆਨਸਰ ਦਾ ਕੁਐਸਚਨ 9 to 14। 9 ਤੋਂ 14 ਤੱਕ ਜਿਹੜੇ ਤੁਹਾਡੇ ਕੁਐਸਚਨ ਹੋਣਗੇ ਉਹ ਕੰਪਰੀਹੈਂਸ਼ਨ ਦਾ ਪੈਰਾਗ੍ਰਾਫ ਹੈ, ਇੱਕ ਪੈਸੇਜ ਹੈ, ਉਹਨੂੰ ਪਹਿਲਾਂ ਧਿਆਨ ਨਾਲ ਪੜ੍ਹ ਕੇ ਫਿਰ ਉਹਦੇ ਕੁਐਸਚਨ ਹੈ। ਸੋ ਆਪਾਂ ਪਹਿਲਾਂ ਰੀਡ ਕਰਦੇ ਹਾਂ ਇਹਦਾ ਜਿਹੜਾ ਪੈਰਾਗ੍ਰਾਫ ਹੈ। ਕਾਈਟ ਫਲਾਈਂਗ ਵਾਜ਼ ਦੈਨ ਦਾ ਸਪੋਰਟ ਆਫ ਕਿੰਗਸ. The old man remembered how the Nawab himself would come down to the river bank with his routine to join in his noble pastime. In those days, there was time to spend an idle hour with the gay, dancing strip of paper. Now everyone hurried in a heat of hope, and delicate things like kites, daydreams were trampled underfoot. ਇਹਦੇ ਕੁਐਸਚਨ ਹੁਣ 9th ਕੁਐਸਚਨ ਸ਼ੁਰੂ ਹੋ ਗਿਆ। ਕਾਈਟ ਫਲਾਈਂਗ ਵਾਜ਼ ਦੈਨ ਏ ਸਪੋਰਟ ਆਫ। ਕਾਈਟ ਫਲਾਈਂਗ ਸੀ ਉਸ ਟਾਈਮ ਸਪੋਰਟ ਕਿਹਨਾਂ ਦੀ ਗੇਮ ਸੀ, ਕਿਹਨਾਂ ਦਾ ਖੇਡ ਸੀ ਉਹ? ਕਾਮਨ ਪੀਪਲ, ਕਿੰਗਸ, ਯੰਗਸਟਰਸ, ਨਨ ਆਫ ਦਾ ਅਬਵ। ਤਾਂ ਤੁਸੀਂ ਇੱਥੇ ਦੇਖੋ ਕਾਈਟ ਫਲਾਈਂਗ ਵਾਜ਼ ਦੈਨ ਦਾ ਸਪੋਰਟ ਆਫ ਕਿੰਗਸ। ਸੋ ਕਿੰਗਸ ਇਜ਼ ਦਾ ਰਾਈਟ ਆਂਸਰ। ਨੈਕਸਟ ਕੁਐਸਚਨ 10th ਕੁਐਸਚਨ ਹੈ ਦ ਨਵਾਬ ਹਿਮਸੈਲਫ ਕੇਮ ਟੂ ਦਾ ਰਿਵਰ ਬੈਂਕ। ਨਵਾਬ ਖੁਦ ਆਉਂਦਾ ਸੀ ਨਦੀ ਦੇ ਕਿਨਾਰੇ 'ਤੇ। ਵਾਈ? ਟੂ ਇੰਜੋਏ ਕਾਈਟ ਫਲਾਈਂਗ, ਫॉर ਮੋਰਨਿੰਗ ਵਾਕ, ਟੂ ਡੂ ਮੋਰਨਿੰਗ ਐਕਸਰਸਾਈਜ਼, ਟੂ ਇੰਜੋਏ ਫਰੈਸ਼ ਏਅਰ। ਤਾਂ ਹੁਣ ਤੁਸੀਂ ਦੇਖੋ
Nawab himself would come down to the river bank with his routine to join in his noble pastime। ਤਾਂ ਇਹਦਾ ਕਰੈਕਟ ਆਂਸਰ ਕੀ ਹੋ ਗਿਆ? ਟੂ ਇੰਜੋਏ ਕਾਈਟ ਫਲਾਈਂਗ। ਨੈਕਸਟ ਕੁਐਸਚਨ ਹੈ ਦ ਕਾਈਟ ਫਲਾਈਂਗ ਵਾਜ਼ ਪਾਪੂਲਰ ਇਨ ਦ ਪਾਸਟ ਬਿਕੋਜ਼। ਕਾਈਟ ਫਲਾਈਂਗ ਉਸ ਟਾਈਮ ਪਾਪੂਲਰ ਹਰਮਨ ਪਿਆਰੀ ਗੇਮ ਸੀ ਪਹਿਲਾਂ ਦੇ ਸਮੇਂ ਦੇ ਵਿੱਚ, ਬਿਕੋਜ਼ ਕਿਉਂਕਿ ਇਟ ਵਾਜ਼ ਅ ਸਪੋਰਟ ਆਫ ਕਿੰਗਸ, ਇਟ ਵਾਜ਼ ਅ ਸਪੋਰਟ ਆਫ ਕਾਮਨ ਮੈਨ, ਪੀਪਲ ਹੈਡ ਅ ਲੋਟ ਆਫ ਟਾਈਮ, ਨਨ ਆਫ ਦਾ ਅਬਵ। ਤਾਂ ਇਟ ਵਾਜ਼ ਦਾ ਸਪੋਰਟ ਆਫ ਕਿੰਗਸ ਕਿਉਂਕਿ ਇਹ ਰਾਜੇ ਮਹਾਰਾਜਿਆਂ ਦੀ ਗੇਮ ਸੀ। ਆਪਾਂ ਪਹਿਲਾਂ ਵੀ ਜਿਹੜੀਆਂ 4 ਲਾਈਨਾਂ ਚੈੱਕ ਕੀਤੀਆਂ ਉੱਥੋਂ ਕਲੀਅਰ ਹੋ ਜਾਂਦਾ ਆਪਾਂ ਨੂੰ ਕਿ ਇਟ ਵਾਜ਼ ਦਾ ਸਪੋਰਟ ਆਫ ਕਿੰਗਸ, ਦੈਟ ਇਜ਼ ਵਾਈ ਪੀਪਲ ਲਾਈਕ ਦ ਗੇਮ। 12th ਕੁਐਸਚਨ ਆ ਗਿਆ ਆਪਣਾ ਦ ਨਾਊਨ ਫਾਰਮ ਆਫ ਡੈਲੀਗੇਟ ਇਜ਼। ਡੈਲੀਗੇਟ ਦਾ ਨਾਊਨ ਕੀ ਹੋਊਗਾ? ਡੈਲੀਕੇਟਲੀ, ਡੈਲੀਗੇਟਸ, ਡੈਲੀਕੇਸੀ, ਨਨ ਆਫ ਦਾ ਅਬਵ। ਸੋ ਡੈਲੀਕੇਸੀ ਇਜ਼ ਦਾ ਰਾਈਟ ਆਂਸਰ। 13th ਕਿੰਗਸ ਵਰ ਫੌਂਡ ਆਫ ਸਪੋਰਟਸ ਇਨ ਓਲਡਨ ਟਾਈਮਸ। ਰਾਜੇ ਉਸ ਟਾਈਮ ਪਹਿਲਾਂ ਦੇ ਸਮੇਂ ਦੇ ਵਿੱਚ ਸਪੋਰਟਸ ਦੇ ਸ਼ੌਕੀਨ ਹੁੰਦੇ ਸੀ। ਟਰੂ ਔਰ ਫਾਲਸ? ਦਿਸ ਇਜ਼ ਟਰੂ। 14th ਕੁਐਸਚਨ ਵਿਚ ਪਾਰਟ ਆਫ ਸਪੀਚ ਇਜ਼ ਦਾ ਵਰਡ ਟੈਂਪਲਡ। ਪਾਰਟ ਆਫ ਸਪੀਚ ਕਿਹੜਾ? ਟਰੈਂਪਲਡ। ਇਹ ਨਾਊਨ ਹੈ, ਐਡਜੈਕਟਿਵ ਹੈ, ਵਰਬ ਹੈ ਔਰ ਐਡਵਰਬ ਹੈ। ਤਾਂ ਟਰੈਂਪਲਡ ਇਜ਼ verb। fill in the blanks with a suitable determiner। 15 ਔਰ 16 ਕੁਐਸਚਨ ਤੁਹਾਡੇ ਹੈ ਗ੍ਰਾਮਰ ਦੇ ਡਿਟਰਮੀਨਰ ਫਿਲ ਕਰਨੇ ਇਹਦੇ 'ਚ। ਹੀ ਵੇਸਟਡ ਡੈਸ਼ ਮਨੀ ਹੀ ਹੈਡ। ਲਿਟਲ, ਅ ਲਿਟਲ, ਸਮ, ਦਾ ਲਿਟਲ। ਦਾ ਲਿਟਲ ਇਜ਼ ਦਾ ਰਾਈਟ ਆਂਸਰ ਕਿਉਂਕਿ ਜਦੋਂ ਬੰਦੇ ਕੋਲ ਥੋੜ੍ਹੀ ਜਿਹੀ ਚੀਜ਼ ਹੋਵੇ ਅਤੇ ਉਹ ਵੀ ਮਤਲਬ ਥੋੜ੍ਹੇ ਤੋਂ ਥੋੜ੍ਹੇ, ਆਪਾਂ ਕੀ ਕੀਤਾ ਸੀਗਾ ਕਿ ਲਿਟਲ ਥੋੜ੍ਹਾ ਜਿਹਾ, ਅ ਲਿਟਲ ਉਸ ਤੋਂ ਵੀ ਥੋੜ੍ਹਾ, ਦਾ ਲਿਟਲ ਬਹੁਤ ਹੀ ਘੱਟ। ਸੋ ਜਿੰਨਾ ਕੁ ਉਹਦੇ ਕੋਲ ਪੈਸਾ ਸੀ ਉਹਨੇ ਸਾਰਾ ਹੀ ਵੇਸਟ ਕਰਤਾ। ਸੋ ਇੱਥੇ ਕੀ ਆਊਗਾ? ਦਾ ਲਿਟਲ। ਹੀ ਹੈਡ ਵੇਸਟਡ ਦ ਲਿਟਲ ਮਨੀ ਹੀ ਹੈਡ। 16th ਕੁਐਸਚਨ ਆ ਗਿਆ ਹੁਣ ਹੀ ਇਜ਼ ਡੈਸ਼ ਓਨੈਸਟ ਡਾਕਟਰ। ਆਰਟੀਕਲ ਫਿਲ ਕਰਨਾ ਬੇਟੇ, ਤਾਂ ਓਨੈਸਟ ਆ ਗਿਆ ਤਾਂ ਇਹਦੇ ਨਾਲ ਕੀ ਲੱਗੂਗਾ? ਐਨ। ਹੀ ਇਜ਼ ਐਨ ਓਨੈਸਟ ਡਾਕਟਰ। 17th ਫਿਲ ਇਨ ਦਾ ਬਲੈਂਕਸ ਕੁਐਸਚਨ ਜੋ ਹੈ ਡੈਸ਼ ਇਜ਼ ਐਨ ਐਕਸਰਸਾਈਜ਼। ਫਿਲ ਇਨ ਦਾ ਬਲੈਂਕ ਵਿਦ ਅ ਸੂਟੇਬਲ ਟੂ ਇਨਫਿਨਿਟਿਵ, ਜੈਰੈਂਡ ਔਰ ਪਾਰਟੀਸੀਪਲ। ਨॉन ਫਾਈਨਾਈਟ ਦੇ ਵਿੱਚੋਂ ਆ ਗਿਆ ਡੈਸ਼ ਇਜ਼ ਐਨ ਐਕਸਰਸਾਈਜ਼। ਐਕਸਰਸਾਈਜ਼ ਕੀ ਹੈ? ਡਾਂਸ, ਡੈਂਸਿੰਗ, ਟੂ ਡੈਂਸ, ਡਾਂਸਡ। ਸੋ ਇਹਦੇ 'ਚ ਆਪਾਂ ਭਰਾਂਗੇ ਜੈਰੈਂਡ। ਡਾਂਸਿੰਗ ਇਜ਼ ਐਨ ਐਕਸਰਸਾਈਜ਼। 18th ਕੁਐਸਚਨ ਹੈ ਹੀ ਮੇਡ ਮੀ ਡੈਸ਼ ਔਨ ਦਾ ਬੈਂਚ। ਇਹਦੇ 'ਚ ਆਪਾਂ ਟੂ ਔਰ ਬੇਅਰ ਇਨਫਿਨਿਟਿਵ, ਯਾਨੀ ਕਿ ਜਾਂ ਤਾਂ ਟੂ ਇਨਫਿਨਿਟਿਵ ਆਊਗਾ ਜਾਂ ਬੇਅਰ ਇਨਫਿਨਿਟਿਵ ਆਊਗਾ। ਹੀ ਮੇਡ ਮੀ ਡੈਸ਼ ਔਨ ਦਾ ਬੈਂਚ। ਹੀ ਮੇਡ ਮੀ ਸਟੈਂਡ, ਤਾਂ ਇਹਦਾ ਆਂਸਰ ਹੈ ਸਟੈਂਡ। ਹੀ ਮੇਡ ਮੀ ਸਟੈਂਡ ਔਨ ਦਾ ਬੈਂਚ। ਟੂ ਇਨਫਿਨਿਟਿਵ ਨਹੀਂ ਆਊਗਾ, ਇਹਦੇ 'ਚ ਬੇਅਰ ਇਨਫਿਨਿਟਿਵ ਭਰਿਆ ਜਾਊਗਾ। ਨੈਕਸਟ ਕੁਐਸਚਨ ਸ਼ੀ ਡਜ਼ ਨੋਟ ਸਪੀਕ ਦਾ ਟਰੁੱਥ। ਇਹਨੂੰ ਆਪਾਂ ਟਰਾਂਸਲੇਟ ਕਰਨਾ ਹੈ। ਟਰਾਂਸਲੇਟ ਇਨਟੂ ਪੰਜਾਬੀ, ਫਰੋਮ ਇੰਗਲਿਸ਼ ਇਨਟੂ ਪੰਜਾਬੀ। 19th ਕੁਐਸਚਨ ਹੈ ਸ਼ੀ ਡਜ਼ ਨੋਟ ਸਪੀਕ ਦਾ ਟਰੁੱਥ। ਉਹ ਸੱਚ ਨਹੀਂ ਬੋਲਦੀ ਹੈ, ਉਹ ਸੱਚ ਬੋਲਦੀ ਸੀ, ਉਹ ਸੱਚ ਨਹੀਂ ਬੋਲਦੀ ਸੀ, ਉਹ ਸੱਚ ਨਹੀਂ ਬੋਲ ਰਹੀ ਸੀ। ਡਜ਼ ਨੋਟ ਤਾਂ ਬੇਟੇ ਕਲੀਅਰ ਹੈ ਵੀ ਪ੍ਰੈਜੈਂਟ ਇੰਡੈਫੀਨੇਟ ਟੈਂਸ ਹੈ ਵੀ ਉਹ ਸੱਚ ਨਹੀਂ ਬੋਲਦੀ ਹੈ। ਸੀ ਕਲੀਅਰ ਹੈ ਵੀ ਨਹੀਂ ਆ ਸਕਦਾ। 20th ਕੁਐਸਚਨ ਡੂ ਯੂ ਲਿਵ ਇਨ ਅ ਰੈਂਟਡ ਹਾਊਸ। ਲਾਸਟ ਕੁਐਸਚਨ ਆਪਣਾ ਕੀ ਤੁਸੀਂ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹੋ? ਕੀ ਤੁਸੀਂ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸੀ? ਕੀ ਤੁਸੀਂ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹੋ? ਕੀ ਤੁਸੀਂ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸੀ? ਅਗੇਨ ਇੱਥੋਂ ਕਲੀਅਰ ਹੁੰਦਾ ਹੈ ਪ੍ਰੈਜੈਂਟ ਇੰਡੈਫੀਨੇਟ ਟੈਂਸ। ਕੀ ਤੁਸੀਂ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹੋ ਇਜ਼ ਦਾ ਰਾਈਟ ਆਂਸਰ ਹੈ। ਰਹਿੰਦੇ ਸੀ ਪਾਸਟ ਇੰਡੈਫੀਨੇਟ ਹੋ ਗਿਆ ਤੁਹਾਡਾ। ਰਹਿ ਰਹੇ ਹੋ ਕੰਟੀਨਿਊਸ ਹੋ ਗਿਆ। ਰਹਿ ਰਹੇ ਅਗੇਨ ਕੰਟੀਨਿਊਸ ਟੈਂਸ ਹੋ ਗਿਆ। ਤਾਂ ਰਾਈਟ ਆਂਸਰ ਹੈ ਜਿਹੜਾ ਉਹ ਹੈਗਾ ਕੀ ਤੁਸੀਂ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹੋ। ਸੋ 20 ਕੁਐਸਚਨ ਆਪਣੇ ਕੰਪਲੀਟ ਹੋ ਗਏ। ਇਹ ਤੁਸੀਂ ਮਿਲਾ ਲਿਆ ਜੇ, ਇਸ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਕਿ ਕਿੰਨੇ ਨੰਬਰ ਤੁਹਾਡੇ ਇੰਗਲਿਸ਼ ਦੇ ਵਿੱਚੋਂ ਤੁਸੀਂ ਸਕੋਰ ਕੀਤੇ ਹੈ। ਤਾਂ ਨੈਕਸਟ ਟਾਈਮ
ਹੋਰ ਮਿਹਨਤ ਕਰੋ ਤੇ ਬੈਸਟ ਆਫ ਲੱਕ। 7th ਨੂੰ ਫਿਰ ਤੁਹਾਡੇ ਕੁਐਸਚਨ ਸ਼ੁਰੂ ਹੈ, 7th ਨੂੰ ਫਿਰ ਤੁਹਾਡੇ ਪੇਪਰ ਸ਼ੁਰੂ ਹੈ, ਤਾਂ ਉਹਨਾਂ ਦੀ ਬੜੀ ਵਧੀਆ ਤਰੀਕੇ ਨਾਲ ਤਿਆਰੀ ਕਰੋ ਤਾਂ ਕਿ ਚੰਗੇ ਨੰਬਰ ਤੁਸੀਂ ਪ੍ਰਾਪਤ ਕਰ ਸਕੋ। ਥੈਂਕ ਯੂ ਸੋ ਮਚ ਬੇਟਾ।